ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਦੀਪ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਮੈਂ ਸੋਚ ਰਹੀ ਸੀ ਕਿ ਅਸੀਂ ਇਹ ਗੱਲ ਬੜੀ ਬਖੂਬੀ ਸਮਝ ਰਹੇ ਹਾਂ ਕਿ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ, ਪਰ ਜਿਹੜੀ ਸਾਡੀ ਕਮਿਊਨਿਟੀ ਹੈ ਅਜੇ ਕਾਫੀ ਚੀਜ਼ਾਂ ਵਿੱਚ ਪਿੱਛੇ ਹੈਗੀ ਆ ਸਮੇਂ ਦੇ ਨਾਲ ਚੱਲਣ ਤੋਂ। ਸੋ ਤੁਹਾਡੇ ਹਿਸਾਬ ਨਾਲ ਇਹਦਾ ਕੀ ਕਾਰਨ ਹੋ ਸਕਦਾ ਆ? ਸੰਦੀਪ ਕੌਰ, ਬਿਲਕੁਲ ਤੁਸੀਂ ਜੋ ਕਿਹਾ ਹੈਗਾ ਇਹ ਸਹੀ ਹੈ ਕਿ ਸਮੇਂ ਦੇ ਹਾਣੀ ਬਣਨਾ ਬਹੁਤ ਜ਼ਰੂਰੀ ਹੈ ਤੇ ਇਹਦੇ ਲਈ ਬਹੁਤ ਸਾਰੀਆਂ ਜਿਹੜੀਆਂ ਕੁਆਲਿਟੀਆਂ ਨੇ ਤੇ ਉਹ ਹਰੇਕ ਕਮਿਊਨਿਟੀ 'ਚ ਹੋਣੀਆਂ ਚਾਹੀਦੀਆਂ ਨੇ। ਅੱਜ ਦਾ ਸਮਾਂ ਜਿਹੜਾ ਉਹ ਪੜ੍ਹਾਈ ਲਿਖਾਈ ਦਾ ਆ, ਜਿਹਨੂੰ ਆਪਾਂ ਐਜੂਕੇਸ਼ਨ ਕਹਿ ਸਕਦੇ ਹਾਂ, ਇੰਟਰਨੈਟ ਦਾ ਸਮਾਂ। ਸੋ ਬੜੀ ਰਫ਼ਤਾਰ ਫੜੀ ਹੋਈ ਹੈ ਸੰਸਾਰ ਲੈਵਲ ਦੇ ਉੱਪਰ, ਹਰੇਕ ਕਮਿਊਨਿਟੀ ਨੇ, ਹਰੇਕ ਕੰਟਰੀ ਦੇ ਲੋਕਾਂ ਨੇ। ਪਰ ਜੇ ਅਸੀਂ ਉਹਨਾਂ ਦੇ ਹਾਣੀ ਬਣਨਾ ਨਾ ਤਾਂ ਸਾਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪੈਣਾ ਹੈ ਤੇ ਇਹਦੇ ਲਈ ਸਭ ਤੋਂ ਪਹਿਲਾ ਕੰਮ ਕੀ ਹੈ? ਉਹ ਹੈ ਐਜੂਕੇਸ਼ਨ, ਪੜ੍ਹਾਈ ਲਿਖਾਈ, ਸਿਆਣੇ ਹੋਣਾ, ਗਿਆਨਵਾਨ ਹੋਣਾ। ਤੇ ਇਹਦੇ ਲਈ ਸਾਨੂੰ ਦੋਸਤ ਕਿਹਨੂੰ ਬਣਾਉਣਾ ਪੈਣਾ? ਚੰਗੀਆਂ ਕਿਤਾਬਾਂ ਨੂੰ, ਵਧੀਆ ਲੇਖਕਾਂ ਨੂੰ। ਤੇ ਤੁਸੀਂ ਬਖੂਬੀ ਸਮਝਦੇ ਹੋ ਜੀ ਕਿ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦੇ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਇੱਕ ਵੱਡੀ ਪੋਥੀ, ਇੱਕ ਗ੍ਰੰਥ, ਇੱਕ ਕਿਤਾਬ ਦਾ ਹੀ ਰੂਪ ਨੇ ਤੇ ਉਹਦੇ ਵਿੱਚ ਉਹ ਗਿਆਨ ਲਿਖਿਆ ਹੋਇਆ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਹੈ। ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਉਸ ਵੱਡੇ ਗ੍ਰੰਥ ਨੂੰ ਸਿਰਫ ਪੂਜਣ ਤੱਕ ਸੀਮਤ ਰਹਿ ਗਏ। ਪੜ੍ਹਨਾ, ਸਮਝਣਾ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਜਿਹੜਾ ਕਾਰਜ ਸੀ ਉਹਦੇ 'ਚ ਪਿੱਛੇ ਰਹਿ ਗਏ ਹਾਂ। ਅਸੀਂ ਸਤਿਕਾਰ ਕਰ ਰਹੇ ਹਾਂ ਬਾਹਰੀ ਤੌਰ ਤੇ, ਪਰ ਜਿਹੜਾ ਅਸਲ ਗਿਆਨ ਸੀ, ਜਿਹੜੀ ਅਸਲ ਨੌਲੇਜ ਸੀ, ਜਿਹੜੀ ਅਕਲ ਸੀ, ਜਿਹਨੂੰ ਧਾਰਨ ਕਰਕੇ ਅਸੀਂ ਸੰਸਾਰ ਮੰਚ ਦੇ ਉੱਪਰ ਆਪਣੇ ਵਿਅਕਤੀਤਵ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨਾ ਸੀ, ਉਹਦੇ 'ਚ ਅਸੀਂ ਕਿਤੇ ਨਾ ਕਿਤੇ ਕੁਤਾਹੀ ਕਰ ਗਏ ਹਾਂ, ਬਹੁਤ ਪਿੱਛੇ ਰਹਿ ਗਏ ਹਾਂ। ਤੇ ਮੈਨੂੰ ਲੱਗਦਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੁਰਾਣੀਆਂ ਬਹੁਤ ਸਾਰੀਆਂ ਪੀੜ੍ਹੀਆਂ ਤੋਂ ਲੈ ਕੇ, ਪਿਛਲੇ ਸਮੇਂ ਤੋਂ ਲੈ ਕੇ ਅਸੀਂ ਪੜ੍ਹਾਈ ਲਿਖਾਈ ਵੱਲ ਬਹੁਤਾ ਧਿਆਨ ਦਿੱਤਾ ਹੀ ਨਹੀਂ। ਤੇ ਇਹਦਾ ਕਾਰਨ ਕੀ ਹੋਇਆ? ਨੁਕਸਾਨ ਕੀ ਹੋਇਆ ਸਾਨੂੰ? ਇਹਦੇ ਲਈ ਅਸੀਂ ਵਹਿਮਾਂ ਭਰਮਾਂ 'ਚ ਫਸ ਗਏ, ਅਸੀਂ ਪਿਛਾਂ ਖਿੱਚੂ ਹੋ ਗਏ। ਸਾਡੀ ਸੋਚ ਹੈ ਜਿਹੜੀ, ਉਹਦਾ ਦਾਇਰਾ ਬਹੁਤ ਸੀਮਤ ਰਹਿ ਗਿਆ। ਸਾਡੇ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਸੀ, ਔਰਤਾਂ ਜੋ ਸਮਾਜ ਦਾ ਚੰਗੇਰਾ ਅੱਧ ਨੇ, ਜੇਕਰ ਉਹ ਪੜ੍ਹੀਆਂ ਲਿਖੀਆਂ ਸਿਆਣੀਆਂ ਹੋਣਗੀਆਂ ਤਾਂ ਉਹ ਘਰ ਦਾ ਮਾਹੌਲ ਬਦਲ ਸਕਦੀਆਂ ਨੇ, ਕਿਉਂਕਿ ਮਾਵਾਂ ਬੱਚੇ ਦੀ ਪਹਿਲੀ ਟੀਚਰ ਹੋਇਆ ਕਰਦੀਆਂ ਨੇ। ਤੇ ਜੋ ਟੀਚਰ ਹੀ ਵਿਚਾਰੀ ਅਨਪੜ੍ਹ ਹੈ, ਉਹਨੂੰ ਵਰਲਡ ਲੈਵਲ ਦਾ ਕੁਝ ਪਤਾ ਹੀ ਨਹੀਂ, ਦੁਨੀਆ ਦਾ ਗਿਆਨ ਹੀ ਉਹਦੇ ਕੋਲ ਨਹੀਂ, ਜੇ ਕਿਤਾਬਾਂ ਉਹਦੀਆਂ ਦੋਸਤ ਨਹੀਂ ਬਣੀਆਂ ਤਾਂ ਉਹ ਆਪਣੇ ਬੱਚੇ ਨੂੰ ਕਿਹੋ ਜਿਹਾ ਨਾਗਰਿਕ ਬਣਾਏਗੀ, ਕਿਹੋ ਜਿਹਾ ਸਿਟੀਜ਼ਨ ਬਣਾਏਗੀ? ਮੇਰਾ ਖਿਆਲ ਹੈ ਤੁਸੀਂ ਵੀ ਇਹਦੇ ਉੱਪਰ ਜ਼ਰੂਰ ਕੁਝ ਨਾ ਕੁਝ ਕਹਿਣਾ ਚਾਹੋਗੇ। ਹਾਂਜੀ ਹਾਂਜੀ, ਦੇਖੋ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਨੂੰ ਅਸੀਂ ਕੀ ਦੇਣਾ ਹੈਗਾ, ਹਨਾ, ਘਰ ਤੋਂ ਹੀ ਮਿਲਦਾ ਹੈਗਾ ਆ। ਸੋ ਘਰ ਤੋਂ ਹੀ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ, ਪਰਸਨੈਲਿਟੀ ਡਿਵੈਲਪਮੈਂਟ ਹੈਗੀ ਹੈ, ਛੋਟੀਆਂ ਛੋਟੀਆਂ ਗੱਲਾਂ ਬੱਚੇ ਪਿਕ ਕਰਦੇ ਨੇ, ਘਰ ਤੋਂ ਹੀ ਪਹਿਲਾਂ ਪਿਕ ਕਰਦੇ ਨੇ, ਫਿਰ ਨਰਸਰੀ ਜਾਂਦੇ ਨੇ, ਫਿਰ ਸਕੂਲ ਜਾਂਦੇ ਨੇ। ਪਰ ਉਹ ਜਿਹੜਾ ਮਾਹੌਲ ਹੈਗਾ, ਜਿਹੜਾ ਇਨਵਾਇਰਨਮੈਂਟ, ਉਹ ਸਕੂਲ ਵਿੱਚ ਜਿਹੜੀਆਂ ਚੀਜ਼ਾਂ ਲਰਨ ਕਰਦੇ ਨੇ, ਇਸ ਬੈਟਰ ਕਿ ਘਰੇ ਵੀ ਉਹ ਰੀਇਨਫੋਰਸ ਹੁੰਦਾ ਰਵੇ ਤਾਂ ਕਿ ਉਹਨਾਂ ਦੀ ਨੌਲੇਜ ਹੋਰ ਵੱਧਦੀ ਹੈ ਇਹਨਾਂ ਚੀਜ਼ਾਂ ਦੇ ਨਾਲ। ਬਿਲਕੁਲ ਸਹੀ ਕਹਿ ਰਹੇ ਹੋ। ਘਰ ਦੇ ਵਿੱਚ ਵੀ ਉਹੋ ਜਿਹਾ ਮਾਹੌਲ ਬਣਾਉਣਾ ਜ਼ਰੂਰੀ ਹੈ। ਬੱਚਿਆਂ ਨੂੰ ਅਸੀਂ ਸਿਰਫ ਕਹਿ ਨਹੀਂ ਸਕਦੇ ਕਿ ਬੱਚਿਓ ਕਿਤਾਬਾਂ ਪੜ੍ਹੋ ਜੀ, ਉਹਨਾਂ ਨੂੰ ਕਰਕੇ ਦਿਖਾਉਣਾ ਪਏਗਾ। ਮਾਂ ਦੇ ਹੱਥ ਦੇ ਵਿੱਚ ਕਿਤਾਬ ਹੋਣੀ ਜ਼ਰੂਰੀ ਹੈ। ਬੱਚਾ ਨਕਲ ਕਰਦਾ ਹੈ, ਬੱਚਾ ਜੋ ਦੇਖੇਗਾ ਉਹ ਕਰੇਗਾ, ਨਾ ਕਿ ਸਿਰਫ ਤੁਹਾਡਾ ਉਦਾਂ ਹੀ ਹੁਕਮ ਮੰਨੇਗਾ। ਤੇ ਇਹਦੇ ਮੈਂ ਇੱਕ ਤੁਹਾਡੇ ਨਾਲ ਇੱਕ ਉਦਾਹਰਣ ਸਾਂਝੀ ਕਰਨੀ ਚਾਹਾਂਗੀ। ਤੇ ਪਿਛਲੇ ਦਿਨੀ ਮੈਂ ਇੱਕ ਵੀਡੀਓ ਕਲਿੱਪ ਦੇਖਿਆ ਜਿਹਨੇ ਮੇਰੇ ਮਨ ਦੇ ਉੱਪਰ ਨਾ ਬਹੁਤ ਡੂੰਘਾ ਅਸਰ ਪਾਇਆ, ਜਿਹਨੂੰ ਕਹਿ ਸਕਦੇ ਹਾਂ ਕਿ ਅਮਿੱਟ ਛਾਪ ਛੱਡੀ। ਤੇ ਮੈਨੂੰ ਉਹਦੇ ਸਿੱਖਣ ਨੂੰ ਵੀ ਮਿਲਿਆ ਤੇ ਮੈਂ ਚਾਹੁੰਦੀ ਹਾਂ ਜਿਹੜੇ ਵੀ ਸਾਡਾ ਇਹ ਪ੍ਰੋਗਰਾਮ ਸੁਣਨ ਤੇ ਦੇਖਣਗੇ ਸਾਡੇ ਵੀਰ ਭੈਣ, ਜ਼ਰੂਰ ਇਹਦੇ ਤੋਂ ਕੋਈ ਨਾ ਕੋਈ ਸਿੱਖਿਆ ਲੈਣ ਦਾ ਯਤਨ ਕਰਨਗੇ। ਆਪਣੇ ਘਰਾਂ ਦਾ ਮਾਹੌਲ ਹੈ ਜਿਹੜਾ ਉਹਨੂੰ ਬਦਲਣ ਦੀ ਜ਼ਰੂਰ ਕੋਸ਼ਿਸ਼ ਕਰਨਗੇ। ਉਹਦੇ 'ਚ ਇੱਕ ਸਾਡੇ ਸਤਿਕਾਰਯੋਗ ਕੋਈ ਵੀਰ ਜੀ ਸੀਗੇ ਜਿਹੜੇ ਆਪਣੇ ਕੁਝ ਸਾਥੀਆਂ ਨਾਲ ਸਾਊਥ ਇੰਡੀਆ ਗਏ, ਕੇਰਲਾ ਵਗੈਰਾ ਦੇ ਵਿੱਚ। ਤਾਂ ਉੱਥੇ ਉਹਨਾਂ ਨੂੰ
ਕੁਝ ਨੌਜਵਾਨ ਮਿਲੇ ਉੱਥੋਂ ਦੇ ਸਥਾਨਕ ਜੋ ਬੜੇ ਪੜ੍ਹੇ ਲਿਖੇ ਸੀ, ਵੈਲ ਐਜੂਕੇਟਡ, ਕਿਉਂਕਿ ਕੇਰਲਾ ਦੀ ਜਿਹੜੀ ਸਾਖਰਤਾ ਦਰ ਹੈ ਨਾ ਉਹ 93.94% ਹੈ। ਪੂਰੇ ਏਸ਼ੀਆ ਦੇ ਵਿੱਚ ਪਹਿਲਾ ਨੰਬਰ ਹੈ ਕੇਰਲਾ ਦੇ ਵਿੱਚ ਪੜ੍ਹਾਈ ਲਿਖਾਈ ਦਾ। ਤੇ ਜਦੋਂ ਨੌਜਵਾਨ ਨੂੰ, ਸਾਡੇ ਉਸ ਬਜ਼ੁਰਗ ਨੇ, ਸਾਡੇ ਵੀਰ ਨੇ ਪੁੱਛਿਆ ਕਿ ਕੀ ਕਾਰਨ ਹੈ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਕਹਿੰਦੇ ਉਹ ਮਜ਼ਾਕ ਕਰਦਾ ਹੋਇਆ ਬੋਲਿਆ ਕਿ ਅੰਗਰੇਜ਼ ਨਾ ਜਾਂਦੇ ਹੋਏ ਤੁਹਾਨੂੰ ਸ਼ਰਾਬ ਦੀ ਬੋਤਲ ਫੜਾ ਗਏ ਤੇ ਸਾਡੇ ਹੱਥ ਵਿੱਚ ਕਿਤਾਬ ਦੇ ਗਏ। ਕਿਉਂਕਿ ਅਸੀਂ ਕੀ ਆ, ਅਸੀਂ ਅੱਜ ਏਸ਼ੀਆ ਦੇ ਵਿੱਚ ਕੀ ਦੁਨੀਆ 'ਚ ਇੱਕ ਨੰਬਰ ਦੇ ਨਸ਼ਈ ਬਣੇ ਹੋਏ ਆ। ਗਿਆਨ ਦੇ ਨਾਲ ਸੀ, ਪਰ ਅਸੀਂ ਨਸ਼ਿਆਂ ਨੂੰ ਆਪਣਾ ਸਾਥੀ ਬਣਾ ਲਿਆ। ਚਲੋ ਇਹ ਵੱਖਰੀ ਗੱਲ ਹੈ ਜੀ। ਪਰ ਉਸ ਨੌਜਵਾਨ ਨੇ ਨਾ, ਕਹਿੰਦੇ ਇਹ ਸਾਨੂੰ ਕਿਹਾ ਕਿ ਤੁਸੀਂ ਸਾਡੇ ਘਰ ਫੇਰਾ ਪਾਓ ਤੇ ਮੈਂ ਤੁਹਾਨੂੰ ਇਨਵਾਈਟ ਕਰਦਾ ਆਪਣੇ ਘਰ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਘਰਾਂ ਦਾ ਮਾਹੌਲ ਕਿਹੋ ਜਿਹਾ। ਤੇ ਉਹ ਜਿਹੜੇ ਬਜ਼ੁਰਗ ਸੀਗੇ ਉਹ ਕਹਿੰਦੇ ਪਹਿਲਾਂ ਤਾਂ ਮੈਂ ਸੋਚਿਆ ਕਿ ਚਲੋ ਕੀ ਕਰਨਾ, ਅਸੀਂ ਕੀ ਕਰਨਾ, ਜਾ ਕੇ ਰਹਿਣ ਦਿੰਦੇ ਆ। ਪਰ ਫਿਰ ਕਹਿੰਦੇ ਮੇਰੇ ਮਨ ਦੇ ਵਿੱਚ ਸਵਾਲ ਆਇਆ ਹੀ ਕਿ ਜਾਣਾ ਚਾਹੀਦਾ। ਦੇਖੀਏ ਤਾਂ ਸਹੀ ਉਹ ਨੌਜਵਾਨ ਕਹਿਣਾ ਕੀ ਚਾਹੁੰਦਾ ਹੈ। ਜਦੋਂ ਗਏ ਤਾਂ ਕਹਿੰਦੇ ਉਹ ਇੰਨਾ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਸੀ, ਨਾਰੀਅਲ ਦਾ ਜੋ ਪੇੜ ਹੁੰਦਾ ਨਾ, ਦਰਖਤ ਕਿੰਨਾ ਸਿੱਧਾ ਹੁੰਦਾ, ਕਹਿੰਦੇ ਟਪੂਸੀਆਂ ਮਾਰ ਕੇ ਬਾਂਦਰ ਦੀ ਨਿਆਈ ਉੱਪਰ ਚੜ ਗਿਆ ਤੇ ਉਹਨੇ ਫਰੈਸ਼ ਨਾਰੀਅਲ ਤੋੜ ਕੇ ਤੇ ਸਾਨੂੰ ਉਹ ਨਾਰੀਅਲ ਦਾ ਪਾਣੀ ਪਿਲਾਇਆ। ਦੇਖੋ ਕਿੰਨੇ ਵਧੀਆ। ਮਤਲਬ ਸਾਡੇ ਤਾਂ ਤੁਰਨਾ ਵੀ ਹੁਣ ਮੁਹਾਲ ਹੋਇਆ ਪਿਆ ਸੀ, ਤਾਂ ਮੋਟਰਸਾਈਕਲ ਜਾਂ ਗੱਡੀ ਤੋਂ ਥੱਲੇ ਉਤਰਦੇ ਹੀ ਨਹੀਂ। ਤੇ ਉਸ ਤੋਂ ਬਾਅਦ ਕਹਿੰਦੇ ਉਹ ਨੌਜਵਾਨ ਕਹਿੰਦਾ ਸਾਡੀ ਆਓ ਭਗਤ ਕਰਨ ਤੋਂ ਬਾਅਦ ਕਹਿੰਦਾ ਚਲੋ ਹੁਣ ਮੈਂ ਤੁਹਾਨੂੰ ਆਪਣੀ ਮਾਤਾ ਦੇ ਕਮਰੇ 'ਚ ਲੈ ਕੇ ਚੱਲਦਾ, ਮੈਂ ਤੁਹਾਨੂੰ ਆਪਣੀ ਮਾਤਾ ਦਾ ਕਮਰਾ ਦਿਖਾਉਣਾ। ਕਮਰੇ 'ਚ ਕੀ ਲੈ ਕੇ ਦੇਖਿਆ, ਘੱਟੋ ਘੱਟ ਕਹਿੰਦੇ 700-800 ਕਿਤਾਬਾਂ ਸੀਗੀਆਂ ਅਲਮਾਰੀਆਂ ਦੇ ਵਿੱਚ ਉਹਦੀ ਮਾਂ ਦੇ ਰੂਮ 'ਚ। ਨਿੱਕਾ ਜਿਹਾ ਕਮਰਾ ਹੈ ਪਰ ਆਲੇ ਦੁਆਲੇ ਕਿਤਾਬਾਂ ਹੀ ਕਿਤਾਬਾਂ ਦਿਸਦੀਆਂ ਸੀ। ਕਹਿੰਦੇ ਸੰਗ ਰਹਿ ਗਏ। ਕਹਿੰਦਾ ਇਹ ਮੇਰੀ ਮਾਂ ਪੜ੍ਹਦੀ ਹੈ, ਇਹ ਕਮਰਾ ਉਹਦਾ, ਇਹ ਮੇਜ਼ ਤੇ ਕੁਰਸੀ ਹੈ ਤੇ ਇਹਦੇ 'ਚੋਂ ਤਕਰੀਬਨ 40-50 ਕਿਤਾਬਾਂ ਹੀ ਹੋਰ ਬੋਲੀਆਂ 'ਚ ਹੋਣਗੀਆਂ, ਨਹੀਂ ਤਾਂ ਸਾਰੀਆਂ ਸਾਡੀ ਸਥਾਨਕ ਬੋਲੀ ਦੇ ਵਿੱਚ, ਮਲਿਆਲਮ ਦੇ ਵਿੱਚ ਨੇ। ਇੱਕਦਮ ਸਾਡੀ ਨਾ ਨੀਵੀਂ ਪੈ ਗਈ ਕਿ ਸਾਡੇ ਘਰਾਂ ਵਿੱਚ ਤਾਂ ਮਾਮਾ ਦੇ ਹੱਥ 'ਚ ਕਦੇ ਕੋਈ ਕਿਤਾਬ ਹੀ ਨਹੀਂ। ਫਿਰ ਮੈਨੂੰ ਆਪਣੀ ਭੈਣ ਦੇ ਕਮਰੇ 'ਚ ਲੈ ਕੇ ਗਿਆ। ਭੈਣ MBBS ਡਾਕਟਰ, ਬਹੁਤ ਕਿਤਾਬਾਂ 1000 ਤੋਂ ਉੱਪਰ ਉਹਦੇ ਨਿੱਕੇ ਜਿਹੇ ਕਮਰੇ ਦੇ ਵਿੱਚ ਅਲਮਾਰੀਆਂ ਦੇ ਵਿੱਚ ਰੱਖੀਆਂ ਹੋਈਆਂ। ਕਹਿੰਦੇ ਅਸੀਂ ਕਿਹਾ ਚਲੋ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਕਿਤਾਬਾਂ ਹੋਣੀਆਂ। ਉਹ ਕਹਿੰਦਾ ਨਹੀਂ, ਸਿਰਫ 100-150 ਕਿਤਾਬਾਂ ਹੀ ਡਾਕਟਰੀ ਪੇਸ਼ੇ ਨਾਲ ਨੇ ਰਿਲੇਟਡ, ਬਾਕੀ ਸਾਰੀਆਂ ਦੁਨੀਆ ਦੇ ਵਿਦਵਾਨਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਇਹ ਪੜ੍ਹਦੀ ਹੈ। ਫਿਰ ਉਹ ਕਹਿੰਦੇ ਨੌਜਵਾਨ ਸਾਨੂੰ ਆਪਣੇ ਪਿਤਾ ਦੇ ਕਮਰੇ 'ਚ ਲੈ ਗਿਆ। ਉੱਥੇ ਵੀ ਇਸੇ ਤਰ੍ਹਾਂ ਕਿਤਾਬਾਂ ਦਾ ਭੰਡਾਰ, ਉਹਨੇ ਆਪਣਾ ਕਮਰਾ ਦਿਖਾਇਆ। ਕਹਿੰਦੇ ਸਾਡੇ ਕੋਲ ਸ਼ਬਦ ਨਹੀਂ ਸੀ ਕੁਛ ਵੀ ਕਹਿਣ ਦੇ ਲਈ, ਸਾਡੇ ਗੱਚ ਭਰ ਆਏ, ਅਸੀਂ ਸ਼ਰਮਿੰਦੇ ਹੋਏ ਕਿ ਕਿੱਥੇ ਸਾਡੇ ਘਰਾਂ ਦਾ ਮਾਹੌਲ ਤੇ ਕਿੱਥੇ ਇਹ ਕੇਰਲਾ ਦੇ ਲੋਕਾਂ ਦਾ ਮਾਹੌਲ। ਇਹਨਾਂ ਦੇ ਵਿੱਚ ਹੀ ਨੇ ਜਿਹੜੇ IAS PCS ਬਣਦੇ ਨੇ, ਇਹੀ ਲੋਕ ਨੇ ਜਿਹੜੇ ਟੈਕਨੋਲੋਜੀ ਦੇ ਵਿੱਚ ਅੱਜ ਇੰਨਾ ਅੱਗੇ ਜਾ ਚੁੱਕੇ ਨੇ ਤੇ ਸਾਡੇ ਨੌਜਵਾਨ ਇੰਨੇ ਪਛੜ ਚੁੱਕੇ ਨੇ ਕਿ ਬਸ ਕੁਝ ਸਾਲਾਂ ਤੋਂ ਸਿਰਫ ਆਈਲੈਟਸ ਕਰਕੇ ਬੇਸਿਕ ਜਿਹੜੀ ਨੌਲੇਜ ਹੈ ਇੱਕ ਲੈਂਗੁਏਜ ਦੀ ਲੈ ਕੇ ਬਾਹਰ ਜਾਣ ਨੂੰ ਤਰਜੀਹ ਦੇ ਰਹੇ ਨੇ। ਇਹ ਤੋਂ ਵੱਧ ਉਹਨਾਂ ਦਾ ਕੋਈ ਹੋਰ ਉੱਚੀ ਜਿਹੜੀ ਸੋਚ ਨਹੀਂ ਹੈ। ਕੋਈ ਉਹਨਾਂ ਨੇ ਆਪਣੇ ਦਾਇਰੇ ਨੂੰ ਵਧਾਉਣ ਦਾ ਯਤਨ ਨਹੀਂ ਕੀਤਾ। ਕਿਉਂ? ਕਿਉਂਕਿ ਸਾਡੀਆਂ ਮਾਵਾਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਨਹੀਂ ਹੈਗੀਆਂ। ਸੰਦੀਪ ਕੌਰ, ਇੱਥੇ ਮੈਂ ਇੱਕ ਹੋਰ ਗੱਲ ਮੈਂਸ਼ਨ ਕਰਨਾ ਚਾਹਾਂਗੀ ਜੋ ਮੇਰੇ ਦਿਮਾਗ 'ਚ ਆਈ ਹੈ ਹੁਣੇ। ਮੈਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਈਆਂ, ਮੌਕਾ ਮਿਲਿਆ ਜਾਣ ਦਾ, ਪ੍ਰਚਾਰ ਫੇਰੀਆਂ ਦੇ ਦੌਰਾਨ ਵੀ। ਤਾਂ ਮੈਂ ਬੜੇ ਅਮੀਰ ਸਿੱਖਾਂ ਦੇ ਘਰਾਂ ਦੇ ਵਿੱਚ ਕੀ ਜਾ ਕੇ ਦੇਖਿਆ ਕਿ ਬਹੁਤਿਆਂ ਦੇ ਘਰਾਂ ਦੇ ਵਿੱਚ ਜਿਹੜੀ ਮਹਿੰਗੀ ਸ਼ਰਾਬ ਹੈ ਉਹਦੀ ਬਾਰ ਬਣੀ। ਉਹ ਬੜੇ ਮਾਣ ਦੇ ਨਾਲ ਦਿਖਾਉਂਦੇ ਨੇ ਕਿ ਅਸੀਂ ਲੋਕਾਂ ਦੀ, ਆਪਣੇ ਸੱਜਣਾ ਮਿੱਤਰਾਂ ਦੀ ਆਓ ਭਗਤ ਇੱਥੇ ਕਰਦੇ ਆ। ਬੀਅਰ ਬਾਰ ਜਿਹਨੂੰ ਆਪਾਂ ਕਹਿੰਦੇ ਆ, ਉਹ ਘਰਾਂ 'ਚ ਬਣਾਈ। ਪਰ ਸਾਦਾ ਅਫਸੋਸ ਕਿ ਮੈਨੂੰ ਕਿਸੇ ਵੀ ਘਰ ਦੇ ਵਿੱਚ ਕੋਈ ਲਾਇਬ੍ਰੇਰੀ ਨਹੀਂ ਦਿਸੀ, ਕੋਈ ਮੈਗਜ਼ੀਨ ਨਹੀਂ ਦਿਸੇ। ਕਦੇ ਉਹਨਾਂ ਨੇ ਕਿਸੇ ਸਾਹਿਤਕਾਰ ਦੀ ਗੱਲ ਨਹੀਂ ਕੀਤੀ। ਹਾਂ, ਸ਼ਰਾਬਾਂ ਦੀ ਤੇ ਪਾਰਟੀਆਂ ਦੀ ਗੱਲ ਸਾਡੇ ਲੋਕ ਬਹੁਤ ਕਰਦੇ ਨੇ। ਤਾਂ ਅਸੀਂ ਪਿੱਛੇ ਕਿਉਂ ਨਾ ਹੋਈਏ? ਅਸੀਂ ਸਾਡੀ ਕੌਮ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਦੇ ਹੱਥਾਂ 'ਚ ਕਿਤਾਬਾਂ ਦੀ ਜਗ੍ਹਾ ਸ਼ਰਾਬ ਦੀਆਂ ਬੋਤਲਾਂ ਫੜਾ ਦਿੱਤੀਆਂ ਨੇ।
जी जी हाँ जी बिल्कुल सही कह रहे हो तुसी। सो मूविंग ऑन फ्रॉम देयर कि बहुत इंपोर्टेंट हो जाता है ਅਸੀਂ ਆਪ अच्छे ਰਾਈਟਰਸ ਨੂੰ ਪੜ੍ਹੀਏ, ਅਸੀਂ ਆਪ ਬੱਚਿਆਂ ਨੂੰ ਅੱਛੇ ਰਾਈਟਰਸ ਇੰਟਰੋਡਿਊਸ ਕਰੀਏ। ਪਰ ਬੱਚੇ ਜਦੋਂ ਸਕੂਲ ਤੋਂ ਵੀ ਕਈ ਚੀਜ਼ਾਂ ਸਿੱਖਦੇ ਨੇ, ਸਕੂਲ ਤੋਂ ਜਦੋਂ ਕਿਸੇ ਰਾਈਟਰ ਦਾ ਮੈਂਸ਼ਨ ਕਰਦੇ ਨੇ ਆ ਕੇ ਕਿ ਅਸੀਂ ਇਹ ਰਾਈਟਰ ਦੀ ਬੁੱਕ ਪੜ੍ਹ ਰਹੇ ਹਾਂ ਜਾਂ ਲਾਇਬ੍ਰੇਰੀ ਤੋਂ ਲੈ ਕੇ ਆਏ ਨੇ ਬੁੱਕ, ਅਸੀਂ ਇੰਟਰਸਟ ਸ਼ੋ ਕਰੀਏ ਤਾਂ ਕਿ ਬੱਚੇ ਨੂੰ ਵੀ ਉਹ ਰੀਅਲਾਈਜ਼ ਹੋਵੇ ਕਿ ਅੱਛਾ ਬੁੱਕਸ ਪੜ੍ਹਨੀਆਂ ਵੀ ਇੰਪੋਰਟੈਂਟ ਨੇ ਤੇ ਉਹ ਵੀ ਅੱਛੇ ਰਾਈਟਰਸ ਦੀਆਂ ਜਿਹੜੀਆਂ ਬੁੱਕਸ ਆ ਪਰਸਨੈਲਿਟੀ ਡਿਵੈਲਪਮੈਂਟ ਲਈ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਟ ਹੈਗੀਆਂ ਨੇ ਤੇ ਬਹੁਤ ਸਹਿਯੋਗੀ ਹੁੰਦੀਆਂ ਨੇ। ਬਿਲਕੁਲ ਸੰਦੀਪ ਕੌਰ, ਮੈਂ ਜਦੋਂ ਨਾ ਕਾਲਜ ਪੜ੍ਹਦੀ ਸੀ ਤਾਂ ਮੈਂ ਆਂਢ ਗੁਆਂਢ ਦੀਆਂ ਕੁੜੀਆਂ ਨੂੰ, ਮੈਂ ਪਿੰਡ 'ਚ ਰਹਿੰਦੀ ਸੀ ਤਾਂ ਮੈਂ ਦੇਖਦੀ ਸੀ, ਕਿਉਂਕਿ ਸਾਡੇ ਘਰ ਦੇ ਵਿੱਚ ਪੜ੍ਹਨ ਲਿਖਣ ਦਾ ਮਾਹੌਲ ਸੀਗਾ। ਉਹਨਾਂ ਜ਼ਮਾਨਿਆਂ ਦੀਆਂ ਜੋ ਵਧੀਆ ਜਿਹੜੇ ਰਾਈਟਰ ਨੇ ਉਹਨਾਂ ਦੀਆਂ ਕਿਤਾਬਾਂ ਜਾਂ ਮੰਥਲੀ ਜਿਹੜੇ ਮੈਗਜ਼ੀਨ ਹੁੰਦੇ ਨੇ ਉਹ ਸਾਡੇ ਘਰ 'ਚ ਆਇਆ ਕਰਦੇ ਸੀ। ਨਾਗਮਣੀ, ਜਨ ਸਾਹਿਤ, ਪ੍ਰੀਤ ਲੜੀ ਤੇ ਬੱਚਿਆਂ ਦੇ ਲਈ ਸਪੈਸ਼ਲ ਕਿਤਾਬਾਂ ਉਹ ਵੀ ਆਇਆ ਕਰਦੇ ਸੀ। ਜੋ ਬੜਾ ਵਧੀਆ ਮਾਹੌਲ ਸੀ, ਅਲਮਾਰੀਆਂ ਭਰੀਆਂ ਹੁੰਦੀਆਂ ਸੀ ਕਿਤਾਬਾਂ ਦੀਆਂ। ਤੇ ਜਦੋਂ ਮੈਂ ਬਹੁਤ ਛੋਟੀ ਸੀ ਤੇ ਮੇਰੇ ਦਾਦੀ ਨੇ ਜਦੋਂ ਦੁਪਹਿਰ ਨੂੰ ਕਹਿਣਾ ਕਿ ਮੰਜੂ ਨਵਦੀਪ ਕਿਤੇ ਦਿਸਦੀ ਨਹੀਂ, ਤਾਂ ਮੇਰੇ ਦਾਦਾ ਜੀ ਨੇ ਕਹਿਣਾ ਹੋਰ ਕਿੱਥੇ ਹੋਣੀ ਹੈ, ਕਿਤੇ ਕਿਤਾਬ ਦੇ ਵਿੱਚ ਸਿਰ ਦੇ ਕੇ ਇੱਥੇ ਨੇੜੇ ਤੇੜੇ ਕਿਤੇ ਸੁੱਤੀ ਹੋਣੀ ਹੈ, ਕਿਉਂਕਿ ਪੜ੍ਹਦੀ ਪੜ੍ਹਦੀ ਸੋ ਜਾਂਦੀ ਸੀ। ਕਿਉਂਕਿ ਘਰ ਦੇ ਵਿੱਚ ਦਾਦੀ, ਨਾਨੀ, ਭੂਆ ਸਾਰੀਆਂ ਪੜ੍ਹਦੀਆਂ ਸੀ ਤੇ ਇਸ ਕਰਕੇ ਆਦਤ ਬਣ ਗਈ ਸੀ ਕਿ ਕਿਤਾਬਾਂ ਹੀ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਨੇ, ਮੈਨੂੰ ਵਧੀਆ ਲੱਗਦਾ ਸੀ। ਹਾਂਜੀ ਸੰਦੀਪ ਕੌਰ, ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹ ਰਹੀ ਸੀ ਨਾ ਤਾਂ ਉਸ ਵੇਲੇ ਜੋ ਗੁਆਂਢ ਦੇ ਵਿੱਚ ਹੋਰ ਕੁੜੀਆਂ ਸੀ ਜਿਹੜੀਆਂ ਮੇਰੇ ਤੋਂ ਵੱਡੀਆਂ ਵੀ ਸੀ ਕਈ ਜਹਾਨ ਦੀਆਂ, ਘਰਾਂ ਦੇ ਵਿੱਚ ਕਿਉਂਕਿ ਬਹੁਤਾ ਮਾਹੌਲ ਨਹੀਂ ਸੀ ਪੜ੍ਹਨ ਦਾ ਤੇ ਉਹਨਾਂ ਦੇ ਘਰਦਿਆਂ ਦਾ ਸਿਰਫ ਉਹਨਾਂ ਨੂੰ ਕਲਾਸਾਂ ਪਾਸ ਕਰਵਾਉਣ ਤੱਕ ਹੀ ਉਹਨਾਂ ਦਾ ਮਕਸਦ ਸੀਗਾ ਤੇ ਇਹਦੇ ਤੋਂ ਇਲਾਵਾ ਕਿ ਉਹ ਕੁਝ ਹੋਰ ਪੜ੍ਹਨ ਤੇ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਇੱਕ ਜੋ ਮੇਰੀ ਸਤਿਕਾਰਯੋਗ ਭੈਣ ਸੀ ਵੱਡੀ ਗੁਆਂਢ ਦੇ ਵਿੱਚ, ਬੜੀ ਬੀਬੀ ਕੁੜੀ, ਤੇ ਉਹਨੇ ਕਿਤੇ ਨਾ ਕਿਤੇ ਚੋਰੀਓਂ ਨਾ ਸਾਡੇ ਘਰੋਂ ਕੋਈ ਕਿਤਾਬ ਲੈ ਜਾਣੀ, ਮੇਰੀ ਮੰਮੀ ਨੂੰ ਕਹਿਣਾ ਚਾਚੀ ਜੀ ਮੈਂ ਇਹ ਕਿਤਾਬ ਲੈ ਜਾਵਾਂ, ਮੈਂ ਮੈਗਜ਼ੀਨ ਲਾਵਾਂ, ਮੇਰਾ ਪੜ੍ਹਨ ਨੂੰ ਜੀ ਕਰਦਾ। ਮੇਰੇ ਮੰਮੀ ਜੀ ਨੇ ਕਹਿਣਾ ਪੁੱਤਰ ਲੈ ਜਾ, ਤੇ ਉਹਨੇ ਲੈ ਜਾਣਾ। ਤੇ ਜਦੋਂ ਕਿਤੇ ਵਿਹਲੇ ਟਾਈਮ ਉਹਨੇ ਮਾੜਾ ਮੋਟਾ ਪੜ੍ਹਨ ਦੀ ਕੋਸ਼ਿਸ਼ ਕਰਨੀ ਤਾਂ ਉਹਦੀ ਮਾਂ ਨੇ ਉਹਦੇ ਹੱਥ 'ਚੋਂ ਖੋਹ ਲੈਣੀ ਕਿਤਾਬ। ਨਹੀਂ ਪੜ੍ਹਨੀ, ਕੰਮ ਛੱਡ ਕੇ ਕਿੱਦਾਂ ਬੈਠੀ ਹੈ, ਜੇ ਇਹ ਕੰਮ ਨਹੀਂ ਤਾਂ ਕੋਈ ਹੋਰ ਕਰ, ਪਰ ਕਿਤਾਬ ਨਹੀਂ ਪੜ੍ਹਨੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਵਕਤ ਖਰਾਬ ਕਰਨਾ ਆ। ਤੇ ਕਈ ਵਾਰੀ ਉਹਨੇ ਪਤਾ ਕੀ ਕਰਨਾ, ਉਹਦੀ ਮੰਮੀ ਨੇ ਕਿਤਾਬ ਉਹਦੇ ਹੱਥੋਂ ਲੈ ਕੇ ਗੁੱਸੇ 'ਚ ਆ ਕੇ ਚੁੱਲ੍ਹੇ 'ਚ ਜਾਲ ਦੇਣੀ ਕਿ ਕਿਤੇ ਮੁੜ ਕੇ ਮੇਰੀ ਧੀ ਹੈ ਜਿਹੜੀ ਕਿਤਾਬ ਨਾ ਫੜ ਲਵੇ। ਸੋ ਘਰਾਂ ਦੇ ਵਿੱਚ ਜੇ ਸਾਡੀਆਂ ਬੀਬੀਆਂ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਕਿਤਾਬਾਂ ਨੂੰ ਇਹੋ ਜਿਹੀ ਨਜ਼ਰ ਦੇ ਨਾਲ ਦੇਖਣਗੀਆਂ ਕਿ ਵਕਤ ਖਰਾਬ ਕਰਨਾ ਹੈ, ਤਾਂ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਦੁਨੀਆ ਦੇ ਹਾਣੀ ਬਣਾ ਸਕਣਗੀਆਂ। ਦੁਨੀਆ ਕਿਤੇ ਦੀ ਕਿਤੇ ਪਹੁੰਚ ਚੁੱਕੀ ਹੈ ਕਿ ਅਸੀਂ ਕਿੱਥੇ ਖੜੇ ਹਾਂ। ਸੋ ਇੱਕ ਗੱਲ ਹੋਰ, ਕਿਉਂਕਿ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਹਾਂ, ਜਦੋਂ ਮੈਂ ਇੱਥੇ ਸ਼ੁਰੂ ਆਈ ਨਾ ਸੰਦੀਪ ਕੌਰ, ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਇੱਕ ਇੱਕ ਏਰੀਏ ਦੇ ਵਿੱਚ ਅਲੱਗ-ਅਲੱਗ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ। ਬੱਚਿਆਂ ਨੂੰ ਉੱਥੇ ਲੈ ਕੇ ਜਾਇਆ ਜਾਂਦਾ ਹੈ, ਉਹਨਾਂ ਦਾ ਇੰਟਰਸਟ ਬਣਾਇਆ ਜਾਂਦਾ ਹੈ ਕਿਤਾਬਾਂ ਦੇ ਨਾਲ। ਸੋਹਣੀਆਂ ਸੋਹਣੀਆਂ ਕਿਤਾਬਾਂ ਉਹਨਾਂ ਲਈ ਰੱਖੀਆਂ ਹੋਈਆਂ ਨੇ। ਬਜ਼ੁਰਗ ਉੱਥੇ ਆ ਕੇ ਬੈਠਦੇ ਨੇ ਤੇ ਸਾਡੇ ਪਿੰਡਾਂ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ ਹਲੇ ਤੱਕ ਅਸੀਂ ਇਹੋ ਜਿਹਾ ਮਾਹੌਲ ਨਹੀਂ ਬਣਾ ਸਕੇ। ਤੇ ਉਸ ਬਜ਼ੁਰਗ ਨੇ ਜਿਹੜਾ ਕੇਰਲਾ ਗਿਆ ਸੀ ਨਾ, ਤੇ ਉਹਨੂੰ ਨੌਜਵਾਨ ਨੇ ਇੱਕ ਹੋਰ ਗੱਲ ਕਹੀ ਸੀ, ਕਹਿੰਦਾ ਮੈਨੂੰ ਇਹ ਦੱਸੋ ਅੰਕਲ ਜੀ ਕਿ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ? ਉਹ ਕਹਿੰਦੇ ਮੈਂ ਦੱਸਿਆ ਕਿ ਵੀ 2-2.5 ਲੱਖ ਹੋਣੀ ਹੈ ਸਾਡੇ ਏਰੀਏ ਦੇ ਵਿੱਚ, ਜਾਂ ਮੇਰਾ ਕਸਬਾ ਹੈ ਜਿਹੜਾ। ਉਹ ਕਹਿੰਦਾ ਤੇ ਕਿਤਾਬਾਂ ਦੀਆਂ ਦੁਕਾਨਾਂ ਕਿੰਨੀਆਂ ਕੁ ਨੇ? ਉਹ ਕਹਿੰਦੇ ਮੈਂ ਆਖਿਆ ਵੀ ਕਿਤਾਬਾਂ ਦੀਆਂ ਦੁਕਾਨਾਂ ਤਾਂ ਕੋਈ ਨਹੀਂ, ਬੱਸ ਸਟੈਂਡ ਤੋਂ ਇੱਕ ਸਟਾਲ ਜੀ ਹੁੰਦੀ ਹੈ, ਉੱਥੇ ਕੋਈ ਕਿਤਾਬ ਕੋਈ ਖਰੀਦ ਲੇ ਤਾਂ ਖਰੀਦ ਲੇ, ਹੋਰ ਤਾਂ ਕੋਈ ਲੋੜ ਨਹੀਂ, ਕਿਤਾਬਾਂ ਦੀ ਹੈ ਹੀ ਨਹੀਂ ਕੋਈ। ਤੇ ਅਸੀਂ ਨਹੀਂ ਦਿੱਤੀ। ਤਾਂ ਉਸ ਨੌਜਵਾਨ ਨੇ ਆਖਿਆ, ਕਹਿੰਦਾ ਪਤਾ ਸਾਡੇ ਕਸਬੇ ਦੇ ਵਿੱਚ ਇੱਥੇ 100 ਕਿਤਾਬਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਦੁਨੀਆ ਲੈਵਲ ਦੇ ਲੇਖਕਾਂ ਦੇ ਨਾਲ ਭਰੀਆਂ ਪਈਆਂ ਨੇ। ਲਾਇਬ੍ਰੇਰੀਆਂ ਦਾ ਘਾਟਾ ਨਹੀਂ, ਚਲਦੀਆਂ ਫਿਰਦੀਆਂ ਲਾਇਬ੍ਰੇਰੀਆਂ ਨੇ, ਵੈਨਾਂ ਦੇ ਵਿੱਚ ਕਿਤਾਬਾਂ ਜਾ ਰਹੀਆਂ ਨੇ। ਤੇ ਫਿਰ ਉਹਨਾਂ ਲੋਕਾਂ ਦਾ ਇੰਟੈਲੈਕਚੁਅਲ ਲੈਵਲ ਹੈ ਜਿਹੜਾ ਤੇ ਸਾਡਾ, ਉਹਦੇ 'ਚ ਫਰਕ ਤਾਂ ਦਿਸੇਗਾ ਹੀ। ਇਸੇ ਕਰਕੇ ਇਹਦਾ ਕਾਰਨ ਹੈ ਕਿ ਸਾਡੇ 'ਚ ਗੁੰਡਾਗਰਦੀ ਵਧੀ ਹੈ, ਅਸੀਂ ਗਾਲੋ ਗਾਲੀ ਹੁੰਨੇ ਆ, ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਨਹੀਂ ਆਉਂਦੀ। ਸਾਡੇ ਲੋਕ ਧਾਰਮਿਕ ਜਿਹੜੀ ਗੁੰਡਾਗਰਦੀ ਹੈ ਉਹਦੇ ਵੱਲ ਵੀ ਵਧੇ ਨੇ। ਅੱਜ ਵੱਡੇ ਗ੍ਰੰਥ ਨੂੰ ਪੂਜਣ ਵਾਲੇ, ਮੱਥਾ ਟੇਕਣ ਵਾਲੇ ਅੱਜ ਸਾਰਾ ਕੁਝ ਗਏ। ਸਾਡਾ ਜਿਹੜਾ ਬਿਹੇਵੀਅਰ ਹੈ ਉਹ ਦੁਨੀਆ ਦੇ ਸਾਹਮਣੇ ਹੈ, ਦਿਸ ਰਿਹਾ ਕਿ ਅਸੀਂ ਬੇਸ਼ੱਕ ਧਾਰਮਿਕਤਾ ਦਾ ਢੋਂਗ ਕਰਦੇ ਹਾਂ, ਸਿਆਣੇ ਹੋਣ ਦੀ ਗੱਲ ਕਰਦੇ ਹਾਂ, ਪਰ ਅਸਲ ਦੇ ਵਿੱਚ ਸਾਡੇ 'ਚ ਸਿਆਣਪਨਾਂ ਦੀ ਕੋਈ ਚੀਜ਼ ਨਹੀਂ, ਕਿਉਂਕਿ ਸਾਡੇ ਘਰਾਂ ਦੇ ਵਿੱਚ ਐਜੂਕੇਸ਼ਨ ਹੈ ਹੀ ਨਹੀਂ, ਸਿਆਣਪ ਹੈ ਹੀ ਨਹੀਂ।
ਜੀ ਬਿਲਕੁਲ ਸਹੀ ਕਹਿ ਰਹੇ ਹੋ। ਇੱਥੇ ਦੇਖੋ ਹੁਣ ਕਮਿੰਗ ਬੈਕ ਟੂ ਇੱਥੇ ਦਾ ਸਕੂਲ ਐਜੂਕੇਸ਼ਨ ਦਾ ਸਿਸਟਮ, ਕਿ ਇੱਥੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਆਦਤ ਪਾਈ ਜਾਂਦੀ ਹੈ, ਨਰਸਰੀ ਕਲਾਸ ਤੋਂ ਹੀ ਉਹਨਾਂ ਨੂੰ ਹੈਬਿਟ ਹੁੰਦੀ ਹੈ ਕਿ ਇੱਕ ਬੁੱਕ ਲੈ ਕੇ ਜਾਣੀ ਆ, ਦੂਸਰੀ ਬੁੱਕ ਵਾਪਸ ਲੈ ਕੇ ਆਣੀ ਆ, ਫਿਰ ਡਾਇਰੀ ਰੈਕਾਰਡ ਹੁੰਦਾ ਹੈਗਾ। ਸੋ ਉਹ ਮਤਲਬ ਬੱਚੇ ਨੂੰ ਇੰਟਰਸਟ ਬਣਦਾ ਆ, ਫਿਰ ਉਹਨੂੰ ਰਿਵਾਰਡਸ ਮਿਲਦੇ ਆ, ਉਹਦੇ ਸਟਿੱਕਰਸ ਮਿਲਦੇ ਆ, ਤਾਂ ਇੰਟਰਸਟ ਬਣਾਇਆ ਜਾਂਦਾ ਸ਼ੁਰੂ ਤੋਂ ਹੀ ਬੱਚੇ ਦਾ ਰੀਡਿੰਗ ਵਾਲੀ ਸਾਈਡ ਤੇ ਰੀਡਿੰਗ ਦੇ ਵਿੱਚ ਵੀ ਹੁਣ ਜਿਵੇਂ ਫਿਕਸ਼ਨ ਰੀਡਿੰਗ, ਨॉन ਫਿਕਸ਼ਨ ਰੀਡਿੰਗ, ਪਰ ਉਹ ਹਰ ਤਰ੍ਹਾਂ ਦਾ ਕਵਰ ਕਰਦੇ ਨੇ ਕਿ ਮਤਲਬ ਰੀਡਿੰਗ ਇੱਕ ਤੇ ਹੁੰਦਾ ਕਿ ਪੜ੍ਹਨਾ ਆ, ਅਸੀਂ ਪੜ੍ਹ ਰਹੇ ਹਾਂ, ਪਰ ਇੱਕ ਹੁੰਦਾ ਆ ਕਿ ਕੰਸਟਰਕਟਿਵ ਚੀਜ਼ ਕਰ ਰਹੇ ਆ, ਮਤਲਬ ਤੁਸੀਂ ਟੈਕਸਟ ਨੂੰ ਪੜ੍ਹ ਕੇ ਉਹਦੇ ਵਿੱਚੋਂ ਮਤਲਬ ਗੇਨ ਕੀ ਕਰ ਰਹੇ ਆ ਤੁਸੀਂ, ਹੈ ਨਾ, ਤੇ ਉਹਦੇ ਬਿਯੋਂਡ ਦਾ ਪੁਆਇੰਟ ਤੁਸੀਂ ਕੀ ਦੇਖ ਰਹੇ ਹੋ। ਸੋ ਬਹੁਤ ਜ਼ਰੂਰੀ ਹੈਗਾ ਆ ਕਿ ਮਤਲਬ ਸ਼ੁਰੂ ਤੋਂ ਹੀ ਬੱਚਿਆਂ ਨੂੰ ਉਹ ਵਾਲਾ এনवायरमेंट ਦਿੱਤਾ ਜਾਵੇ ਜਿਹੜਾ ਉਹਨਾਂ ਨੂੰ, ਜੇ ਵੈਸਟਰਨ ਕੰਟਰੀਜ਼ ਚ ਆਪਾਂ ਦੇਖੀਏ ਸਕੂਲ ਤੋਂ ਮਿਲ ਰਿਹਾ ਹੈਗਾ ਆਲਰੇਡੀ, ਪਰ ਅਸੀਂ ਘਰ ਵੀ ਉਹ ਵਾਲਾ ਮਤਲਬ ਰੀਇਨਫੋਰਸ ਕਰੀਏ ਤਾਂ ਕਿ ਉਹ ਬੱਚਾ ਉਸ ਲਾਈਨ ਤੇ ਚੱਲਿਆ ਰਵੇ। ਬਿਲਕੁਲ। ਦੂਜਾ ਹੋਰ ਦੇਖੋ, ਸਾਡੇ ਕੰਟਰੀਜ਼ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਹਲੇ ਤੱਕ ਰੱਟਾ ਮਾਰੂ ਪੜ੍ਹਾਈ ਹੈ, ਮਤਲਬ ਹਰੇਕ ਚੀਜ਼ ਨੂੰ ਯਾਦ ਕਰ ਕਰਕੇ ਏਦਾਂ। ਇੱਥੇ ਸਮਝਣ ਦੀ ਗੱਲ ਹੈ ਜੀ, ਕਿਉਂਕਿ ਲੋਕੀ ਸਮਝ ਕੇ ਉਸ ਚੀਜ਼ ਨੂੰ ਅਡਾਪਟ ਕਰ ਰਹੇ ਨੇ, ਤਾਂ ਇਹਦੇ ਲਈ ਤੇ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਵੀ ਫਰਕ ਹੈ। ਉਹਨਾਂ ਨੂੰ ਪਤਾ ਇੱਕ ਦੂਜੇ ਦੇ ਨਾਲ ਕਿੱਦਾਂ ਵਰਤਾਵਾ ਕਰਨਾ ਹੈ, ਕਿਸ ਤਰ੍ਹਾਂ, ਮਤਲਬ ਉਹਨਾਂ ਨੂੰ ਸਿਖਾਉਣਾ ਨਹੀਂ ਪੈਂਦਾ, ਆਪਣੇ ਆਪ ਬੱਚੇ ਉਸ ਲੈਵਲ ਤੇ ਪਹੁੰਚਦੇ ਜਾਂਦੇ ਨੇ, ਜਦੋਂ ਕਿ ਸਾਡਿਆਂ ਨੂੰ ਅਸੀਂ ਬਾਰ-ਬਾਰ ਸਿਖਾਉਂਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਉਹੀ ਜਿਹੜਾ ਜੰਗਲੀਪੁਣਾ ਹੈ ਉਹ ਬਾਹਰ ਆਉਂਦਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੜ੍ਹਾਈ ਹੈ ਨਾ, ਜਿਹੜੀ ਐਜੂਕੇਸ਼ਨ ਹੈ, ਸਿਰਫ ਨੌਕਰੀ ਪ੍ਰਾਪਤ ਕਰਨ ਦੇ ਲਈ ਹੈ, ਇਹਦਾ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਵਿੱਚ ਕੋਈ ਰੋਲ ਨਹੀਂ ਹੈਗਾ। ਜਦੋਂ ਤੱਕ ਅਸੀਂ ਇਸ ਚੀਜ਼ ਨੂੰ ਨਹੀਂ ਸਮਝਾਂਗੇ, ਇਹਦੀ ਅਹਿਮੀਅਤ ਨੂੰ ਨਹੀਂ ਸਮਝਾਂਗੇ, ਉਦੋਂ ਤੱਕ ਮਾਰ ਅਸੀਂ ਖਾਂਦੇ ਰਵਾਂਗੇ। ਬਹੁਤ ਅਫਸੋਸ ਹੈ ਕਿ ਗ੍ਰੰਥ ਨੂੰ ਮੱਥਾ ਟੇਕਣ ਵਾਲੀ, ਪੂਜਣ ਵਾਲੀ ਕੌਮ ਦੇ ਵਿੱਚੋਂ ਅੱਜ ਤੱਕ ਨੋਬਲ ਇਨਾਮ ਕਿਸੇ ਨੇ ਨਹੀਂ ਜਿੱਤਿਆ। ਗੁਰੂ ਸਾਹਿਬ ਸਾਨੂੰ ਐਜੂਕੇਸ਼ਨ ਨਾਲ ਜੋੜ ਰਹੇ ਨੇ, ਗਿਆਨ ਨਾਲ ਜੋੜ ਰਹੇ ਨੇ, ਤੇ ਅੱਜ ਅਸੀਂ ਉਹਦੇ ਤੋਂ ਦੂਰ ਹੋ ਚੁੱਕੇ ਹਾਂ। ਇਸੇ ਕਰਕੇ ਅਸੀਂ ਅੰਧ ਵਿਸ਼ਵਾਸੀ ਹੋ ਗਏ ਹਾਂ, ਇਸੇ ਕਰਕੇ ਪਿਛਾਂ ਖਿੱਚੂ ਹੋ ਗਏ ਆ, ਇਸੇ ਕਰਕੇ ਅਸੀਂ ਉਹ ਗ੍ਰੰਥ ਜਿਹੜੇ ਸਾਡੇ ਉੱਪਰ ਮੜੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਜਿਨ੍ਹਾਂ ਦੇ ਰਾਹੀਂ ਕੀਤੀ ਗਈ ਹੈ, ਤੇ ਉਹ ਗ੍ਰੰਥਾਂ ਦਾ ਕੂੜਾ ਕਬਾੜ ਜਿਹੜਾ ਗੁਰੂ ਸਾਹਿਬ ਨੂੰ ਅਪਮਾਨਿਤ ਕਰਨ ਵਾਲਾ ਸੀ, ਬੀਬੀਆਂ ਨੂੰ ਅਪਮਾਨਿਤ ਕਰਨ ਵਾਲਾ ਸੀ, ਉਹਦੀ ਵੀ ਅਸੀਂ ਪਛਾਣ ਨਹੀਂ ਕਰ ਸਕੇ। ਕਈ ਸੌ ਸਾਲ ਲੰਘਣ ਤੋਂ ਬਾਅਦ ਵੀ ਅਸੀਂ ਉਹਨੂੰ ਪੜ੍ਹ ਨਹੀਂ ਸਕੇ, ਕਿਉਂਕਿ ਪੜ੍ਹਾਈ ਦੀ ਰੁਚੀ ਉਹ ਨਹੀਂ ਸੀ। ਅੱਜ ਕਿਉਂਕਿ ਇੰਟਰਨੈਟ ਦਾ ਯੁੱਗ ਹੈ, ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਆ ਰਹੀਆਂ ਨੇ। ਹਲੇ ਵੀ ਸਾਡੇ ਪੜ੍ਹਾਈ ਤੋਂ ਮੁਨਕਰ ਲੋਕ ਡਾਂਗ ਦੇ ਜ਼ੋਰ ਨਾਲ ਸਾਨੂੰ ਚੁੱਪ ਕਰਾਉਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਾਰਾ ਕੁਝ ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਾਣ ਤੇ ਅਪਮਾਨ ਦੇ ਵਿੱਚ ਕੀ ਫਰਕ ਹੈ। ਸੋ ਇਸ ਗੱਲ ਤੇ ਅਸੀਂ ਜ਼ਿਆਦਾ ਜ਼ੋਰ ਦੇਵਾਂਗੇ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ, ਸਾਡੀਆਂ ਮਾਤਾਵਾਂ ਨੇ, ਜੋ ਘਰਾਂ ਦੀਆਂ ਔਰਤਾਂ ਨੇ, ਉਹਨਾਂ ਨੂੰ ਇੰਨਾ ਕੁ ਟਾਈਮ ਜ਼ਰੂਰ ਦਿਓ ਕਿ ਉਹ ਪੜ੍ਹਨ ਲਿਖਣ ਵੱਲ ਧਿਆਨ ਦੇ ਸਕਣ, ਤਾਂ ਜੋ ਉਹ ਕੱਲ ਦੇ ਜਿਹੜੇ ਸਿਟੀਜ਼ਨ ਨੇ, ਜੋ ਉਹਨਾਂ ਦੀ ਗੋਦ ਵਿੱਚ ਖੇਡ ਰਹੇ ਬੱਚੇ ਨੇ ਜਾਂ ਸਕੂਲ ਜਾ ਰਹੇ ਨੇ, ਉਹਨਾਂ ਦਾ ਭਵਿੱਖ ਸਵਾਰਨ ਦੇ ਵਿੱਚ, ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ, ਉਹਨਾਂ ਨੂੰ ਚੰਗੇ ਮੈਨਰ ਸਿਖਾ ਸਕਣ, ਉਹਨਾਂ ਨੂੰ ਵਧੀਆ ਸਿਟੀਜ਼ਨ ਬਣਾ ਸਕਣ। ਜੀ ਜੀ, ਉਹੀ ਗੱਲ ਹੈ ਕਿ ਪ੍ਰੈਕਟੀਕਲ ਹੋਣ ਦੀ ਲੋੜ ਹੈ। ਅਸੀਂ ਜੇ ਪ੍ਰੈਕਟੀਕਲ ਹੋ ਕੇ ਸੋਚਾਂਗੇ, ਫਿਰ ਅਸੀਂ ਸਮਾਜ ਦੇ ਹਾਣੀ ਬਣ ਸਕਾਂਗੇ, ਤੇ ਜਿਹੜਾ ਵੀ ਕੰਮ ਕਰਾਂਗੇ ਅਸੀਂ ਉਹਦੇ ਵਿੱਚ ਸਫਲ ਹੋਵਾਂਗੇ। ਸਫਲ ਅਸਫਲ ਵੀ ਚਲੋ ਉਹ ਡਿਫਰੈਂਟ ਐਸਪੈਕਟ ਹੈਗੇ ਨੇ, ਆਪਾਂ ਉੱਤੇ ਡਿਫਰੈਂਟ ਗੱਲ ਕਰ ਲਾਂਗੇ ਕਦੀ, ਪਰ ਉਹੀ ਗੱਲ ਹੈ ਕਿ ਬੀਇੰਗ ਪ੍ਰੈਕਟੀਕਲ ਇਜ਼ ਦ ਕੀ। ਸੋ ਸਾਨੂੰ ਪ੍ਰੈਕਟੀਕਲ ਮਤਲਬ ਹੋਣਾ ਜ਼ਰੂਰੀ ਹੈ, ਤੇ ਉਹ ਸਾਨੂੰ ਵਿਊ ਪੁਆਇੰਟ ਦੇ ਨਾਲ ਸੋਚਣਾ ਪਏਗਾ। ਟਾਈਮ ਹੋ ਰਿਹਾ ਭੈਣ ਜੀ, ਆਪਾਂ ਰੈਪ ਅਪ ਕਰੀਏ। ਬਿਲਕੁਲ ਜੀ, ਬਿਲਕੁਲ ਕਰਨਾ ਪਏਗਾ। ਹਾਂਜੀ, ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ। ਰਲ ਮਿਲ ਕੇ ਆਪਾਂ ਜੋ ਉਪਰਾਲਾ ਕਰ ਰਹੇ ਹਾਂ, ਉਮੀਦ ਹੈ ਸਾਡੇ ਜਿਹੜੇ ਸਰੋਤੇ ਨੇ, ਸਾਡੇ ਦਰਸ਼ਕ ਨੇ, ਉਹਨਾਂ ਨੂੰ ਪਸੰਦ ਆਏਗਾ, ਤੇ ਆਉਣ ਵਾਲੇ ਸਮਾਂ ਦੇ ਵਿੱਚ ਹੋਰ ਅਸੀਂ ਨਵੇਂ-ਨਵੇਂ ਟੌਪਿਕ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ ਜੀ। ਚਲੋ ਫਤਿਹ ਬੁਲਾਉਣੇ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।